ਅੱਜ ਹੁਸ਼ਿਆਰਪੁਰ 'ਚ ਭਾਰਤ ਜੋੜੋ ਯਾਤਰਾ ਦੀ ਮੀਟਿੰਗ ਕਰਨ ਲਈ ਸਾਬਕਾ ਮੰਤਰੀ ਅਤੇ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਧਰਮਾਂ ਤੇ ਜਾਤਾਂ ਪਾਤਾਂ 'ਚ ਵੰਡ ਕੇ ਰੱਖ ਦਿੱਤਾ ਹੈ, ਜਿਸ ਲਈ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਹੀ ਦਿਨਾਂ ਬਾਅਦ ਇਹ ਯਾਤਰਾ ਪੰਜਾਬ 'ਚ ਪਹੁੰਚੇਗੀ ਤੇ ਇਸ ਯਾਤਰਾ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ 'ਚ ਵੀ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ। ਹੁਸ਼ਿਆਰਪੁਰ 'ਚ ਕਾਂਗਰਸ ਦੀ ਗੁੱਟਬੰਦੀ ਤੇ ਬੋਲਦੇ ਉਹਨਾਂ ਕਿਹਾ ਕਿ ਹਰ ਇੱਕ ਪਾਰਟੀ 'ਚ ਮਾੜੇ ਮੋਟੇ ਮਨਮੁਟਾਵ ਤਾਂ ਹੁੰਦੇ ਨੇ, ਪਰੰਤੂ ਕਾਂਗਰਸ 'ਚ ਸਭ ਕੁਝ ਠੀਕ ਹੈ ਤੇ ਹਰ ਇੱਕ ਆਗੂ ਵੱਲੋਂ ਭਾਰਤ ਜੋੜੋ ਯਾਤਰਾ ਲਈ ਹੱਡ ਤੋੜਵੀਂ ਮਿਹਨਤ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਤੇ ਬੋਲਦੇ ਉਹਨਾਂ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਗੁਰੂ ਨਾਲ ਜੋੜਨ 'ਚ ਕੁਝ ਵੀ ਗਲਤ ਨਹੀਂ ਹੈ, ਪਰੰਤੂ ਜਿਸ ਤਰ੍ਹਾਂ ਗੁਰੂ ਘਰਾਂ 'ਚੋਂ ਸੋਫੇ ਅਤੇ ਕੁਰਸੀਆਂ ਦੀ ਭੰਨਤੋੜ ਕੀਤੀ ਜਾ ਰਹੀ ਹੈ ਉਹ ਸਰਾਸਰ ਗਲਤ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਸਭ ਤੋਂ ਪਹਿਲਾਂ ਤਾਂ ਮੈਂ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢਿਆ। ਇਹ ਜਿਹੜੀ ਭਾਰਤ ਜੋੜੋ ਯਾਤਰਾ ਦੇ ਸੰਬੰਧ ਦੇ ਵਿੱਚ ਇਹ 2 ਦਿਨ ਜਿਹੜੀਆਂ 7 ਕੌਂਸਟੀਚੁਐਂਸੀਆਂ ਹੁਸ਼ਿਆਰਪੁਰ ਦੀਆਂ, ਉਹਦੇ ਵਿੱਚ ਹਰ ਕੌਂਸਟੀਚੁਐਂਸੀ ਦੇ ਵਿੱਚ ਬਹੁਤ ਵਧੀਆ ਹੁੰਗਾਰਾ ਜਿਹੜਾ ਇਹਦੇ ਵਿੱਚ ਮਿਲਿਆ ਔਰ ਮੈਂ ਸਮਝਦਾ ਕਿ ਲੋਕ ਮਨ ਤੋਂ ਜਿਹੜਾ ਹੈ ਇਸ ਯਾਤਰਾ ਨਾਲ ਜੁੜਨ ਲਈ ਤਿਆਰ ਹੈ। ਉਹਦਾ ਕਾਰਨ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ ਕਿ ਜਦੋਂ ਵੀ ਕਿਸੇ ਇੰਸਟੀਟਿਊਸ਼ਨ ਨੂੰ ਡਿਮੋਲਿਸ਼ ਕੀਤਾ ਜਾਂਦਾ ਜਾਂ ਸਮਾਜ ਨੂੰ ਅਲੱਗ-ਅਲੱਗ ਸੁਸਾਇਟੀ ਦੇ ਵਿੱਚ ਵੰਡ ਕੇ ਦੇਖਿਆ ਜਾਂਦਾ ਤੇ ਉਹਦੇ ਲਈ ਸਮਾਜ ਜਿਹੜਾ ਇਕੱਠਾ ਹੁੰਦਾ ਔਰ ਪੰਜਾਬ ਇਹਦੇ ਲਈ ਹਮੇਸ਼ਾ ਜਾਣਿਆ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਉਹਦੇ ਵਿੱਚ ਪਹਿਲਾਂ ਇਨਸਾਨੀਅਤ ਦੀ ਗੱਲ ਹੋਈ ਆ, ਬਾਅਦ ਵਿੱਚ ਜਾਤ ਤੇ ਧਰਮ ਦੀ ਗੱਲ ਹੋਈ ਆ ਔਰ ਖਾਸ ਕਰਕੇ ਬੀਜੇਪੀ ਔਰ ਇਹਨਾਂ ਦੀ ਬੀ ਟੀਮ ਜਿਹੜੀ ਆਮ ਆਦਮੀ ਪਾਰਟੀ ਆ ਉਹ ਅਸਲੀ ਗੱਲ ਹੈ ਇੱਕੋ ਹੀ ਏਜੰਡੇ ਤੇ ਕੰਮ ਕਰਦੀਆਂ ਤਾਂ ਕਿ ਇੱਕੋ ਹੀ ਸੋਚ ਇੱਕ ਵਿਚਾਰਧਾਰਾ ਦੀ ਪਾਰਟੀ ਜਿਹੜੀ ਆ ਇਸ ਦੇਸ਼ ਦੇ ਵਿੱਚ ਜਿਹੜਾ ਉਹ ਰਾਜ ਕਰੇ। ਪਰ ਮੈਨੂੰ ਲੱਗਦਾ ਕਿ ਲੋਕ ਇਹਨੂੰ ਨਕਾਰਨ ਲਈ ਕਾਹਲੇ ਹੋ ਗਏ ਆ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਮੈਂ ਤਾਂ ਸਾਰੇ ਜਿੰਨੀ 7 ਜਗ੍ਹਾ ਗਿਆ ਮੈਂ ਉੱਥੇ ਇੱਕੋ ਗੱਲ ਕਹੀ ਆ ਵੀ ਜੇ ਆਉਣਾ ਹੋਇਆ ਤਾਂ ਦਿਲੋਂ ਆਇਓ, ਨਹੀਂ ਤਾਂ ਨਾ ਆਇਓ। ਕਿਉਂਕਿ ਜੇ ਦਿਲੋਂ ਨਹੀਂ ਤੁਸੀਂ ਤੁਰਦੇ, ਕਿਉਂਕਿ ਜਦੋਂ ਵੀ ਇੰਸਟੀਟਿਊਸ਼ਨਸ ਜਿਹੜੀਆਂ ਉਹ ਢਹਿ ਢੇਰੀ ਹੁੰਦੀਆਂ ਤੇ ਉਦੋਂ ਸੁਸਾਇਟੀ ਦਾ ਤੇ ਦੇਸ਼ ਦਾ ਨੁਕਸਾਨ ਬਹੁਤ ਹੁੰਦਾ ਤੇ ਉਹਦਾ ਆਪਾਂ ਹਿੱਸੇਦਾਰ ਬਣੀਏ। ਆਪਣਾ ਵੀ ਤਾਂ ਫਰਜ਼ ਬਣਦਾ ਕਿ ਆਉਣ ਵਾਲੀ ਪੀੜ੍ਹੀ ਲਈ ਆਪਾਂ ਜਿਹੜੀਆਂ ਉਹ ਜਿਹੜੀਆਂ ਚੀਜ਼ਾਂ ਉਹ ਕਰਕੇ ਜਾਈਏ ਤਾਂ ਕਿ ਸਾਡਾ ਸਮਾਜ, ਕਿਉਂਕਿ ਇਹ ਦੇਸ਼ ਜਿਹੜਾ ਆ ਇਹਦੀ ਬਿਊਟੀ ਇਹ ਆ ਕਿ ਇਹ ਜਾਤਾਂ ਧਰਮ ਅਲੱਗ-ਅਲੱਗ ਪਹਿਰਾਵੇ ਦੇ ਲੋਕ ਅਲੱਗ-ਅਲੱਗ ਬੋਲੀ ਦੇ ਲੋਕ ਇਹ ਇਕੱਠੇ ਹੋ ਕੇ ਦੇਸ਼ ਬਣਦਾ। ਸੋ ਇਸ ਕਰਕੇ ਇਹਨੂੰ ਕਿਤੇ ਪੋਲਰਾਈਜੇਸ਼ਨ ਕਰਕੇ ਪੋਲੀਟੀਕਲ ਫਾਇਦੇ ਤਾਂ ਤੁਸੀਂ ਲੈ ਸਕਦੇ ਆ ਪਰ ਦੇਸ਼ ਇਹਦੇ ਨਾਲ ਅੱਗੇ ਨਹੀਂ ਵੱਧ ਸਕਦਾ। ਕਿਉਂਕਿ ਜਦੋਂ ਵੀ ਕਿਤੇ ਗੱਲ ਹੁੰਦੀ ਆ ਇਕਨੋਮਿਕ ਪਾਲਿਸੀ ਦੀ ਉਦੋਂ ਜਾਂ ਤਾਂ ਪਾਕਿਸਤਾਨ ਦੀ ਗੱਲ ਚੱਲ ਪੈਂਦੀ ਆ, ਜਾਂ ਜੇ ਇੰਟਰਨਲ ਸਿਕਿਉਰਿਟੀ ਦੀ ਗੱਲ ਹੁੰਦੀ ਆ ਤੇ ਪਾਕਿਸਤਾਨ ਦੀ ਗੱਲ ਚੱਲ ਪੈਂਦੀ ਆ, ਜਾਂ ਕਿਸੇ ਕ੍ਰਿਕਟਰ ਦੀ ਗੱਲ ਚੱਲ ਪੈਂਦੀ ਆ, ਜਾਂ ਕਿਸੇ ਐਕਟਰ ਦੀ ਗੱਲ ਚੱਲ ਪੈਂਦੀ ਆ। ਪਰ ਅਸਲੀ ਮੁੱਦਿਆਂ ਤੋਂ ਜਿਹੜਾ ਆ ਉਹਦੀ ਡਿਵਰਸੀਫਿਕੇਸ਼ਨ ਹਮੇਸ਼ਾ ਹੁੰਦੀ ਆ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ। ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਜਿਹੜੇ ਚਾਰੇ ਥੰਮ ਆ ਨਾ ਉਹਦਾ ਆਪਣਾ ਆਪਣਾ ਰੋਲ ਆ। ਬਹੁਤ ਬਿਊਟੀਫੁਲੀ ਡਿਜ਼ਾਈਨਡ ਪ੍ਰੋਗਰਾਮ ਹੈ। ਜਦੋਂ ਉਹਦੇ ਵਿੱਚੋਂ ਕਿਤੇ ਵੀ ਕਮਜ਼ੋਰੀ ਦਿਖਦੀ ਆ ਤੇ ਉਹਦਾ ਨੁਕਸਾਨ ਜਿਹੜਾ ਆ ਡੈਮੋਕ੍ਰੇਸੀ ਨੂੰ ਹੁੰਦਾ ਆ, ਚਾਹੇ ਉਹ ਪੋਲੀਟੀਕਲ ਲੈਵਲ ਤੇ ਹੋਵੇ, ਚਾਹੇ ਐਗਜ਼ੈਕਟਿਵ ਦੇ ਲੈਵਲ ਤੇ ਹੋਵੇ, ਚਾਹੇ ਜੁਡੀਸ਼ੀਅਲ ਸਿਸਟਮ ਦੇ ਲੈਵਲ ਤੇ ਹੋਵੇ। ਆ ਪਿੱਛੇ ਜਿਹੇ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਆ ਤੋ ਜਿਹਦਾ ਹੁੰਗਾਰਾ ਪੰਜਾਬੀਆਂ ਨੇ ਬਹੁਤ ਜ਼ਬਰਦਸਤੀ ਉਹਨਾਂ ਨੂੰ ਜਿਹੜਾ ਉਹ ਦਿੱਤਾ ਹੈਗਾ। ਔਰ ਖਾਸ ਕਰਕੇ ਜਿੱਦਾਂ ਦਿੱਲੀ ਦੇ ਵਿੱਚ ਦੇਖੋ, ਮੈਂ ਨਹੀਂ ਕਹਿੰਦਾ ਸਾਰੇ ਨਾ ਪੱਤਰਕਾਰ ਤੇ ਨਾ ਸਾਰੇ ਮੀਡੀਆ ਹਾਊਸ ਉਹਦਾ ਹਿੱਸਾ ਨਹੀਂ ਹੈਗਾ, ਲੇਕਿਨ ਨੰਬਰ ਬਹੁਤ ਆ ਜਿਹੜਾ ਉਹਦਾ ਹਿੱਸਾ ਹੈਗਾ, ਜਿਹੜਾ ਇੱਦਾਂ ਦੀਆਂ ਖਾਸ ਕਰਕੇ ਜਿਹੜੀਆਂ IT ਸੈੱਲ ਹੈਗੇ ਆ ਉਹ ਮਿਸ ਇਨਫੋਰਮੇਸ਼ਨ ਫੈਲਾ ਕੇ ਈਵਨ ਕਿ ਰਾਹੁਲ ਗਾਂਧੀ ਦੀ ਪਰਸੈਪਸ਼ਨ ਵੀ ਜਿਹੜੀ ਉਹਦੇ ਵਿੱਚ ਖਰਾਬ ਕੀਤੀ ਗਈ। ਕਿਉਂਕਿ ਕਈ ਵਾਰੀ ਦੇਖੋ ਪੰਜਾਬੀ ਭੋਲੇ ਵੀ ਆ ਕਈਆਂ ਚੀਜ਼ਾਂ ਦੇ ਵਿੱਚ, ਉਹ ਸੋਚਦੇ ਆ ਵੀ ਸ਼ਾਇਦ ਜਿਹੜੀ ਸੋਸ਼ਲ ਮੀਡੀਆ ਤੇ ਗੱਲ ਆ ਰਹੀ ਆ ਵੀ ਸ਼ਾਇਦ ਉਹ 100% ਸੱਚ ਹੀ ਆ, ਪਰ ਉਹਦੇ 'ਚ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ IT ਵਿੰਗ ਜਿਹੜੇ ਆ ਉਹਨੂੰ ਡਿਜ਼ਾਈਨ ਕਰਕੇ ਉਹ ਪ੍ਰੋਪਰਲੀ ਉਹਨੂੰ ਫੀਡ ਕਰਕੇ ਤੇ ਲੋਕਾਂ ਦੇ ਵਿੱਚ ਪਹੁੰਚਾਉਂਦਾ ਤਾਂ ਕਿ ਜਿਹੜੀ ਮਿਸ ਇਨਫੋਰਮੇਸ਼ਨ ਆ ਪਹੁੰਚ ਸਕੇ। ਸੋ ਮੈਨੂੰ ਲੱਗਦਾ ਇਹ ਡੈਮੋਕ੍ਰੇਸੀ ਲਈ ਬਹੁਤ ਵੱਡਾ ਇੱਕ ਚੈਲੰਜ ਵੀ ਆ ਔਰ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਆ ਕਿ ਇਹਨਾਂ ਚੀਜ਼ਾਂ ਨੂੰ ਨਕਾਰ ਕੇ, ਕਿਉਂਕਿ ਜਦੋਂ ਇੰਸਟੀਟਿਊਸ਼ਨਸ ਖੜੀਆਂ ਰਹਿਣਗੀਆਂ
ਉਸ ਦੇਸ਼ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ। ਪਰ ਜਦੋਂ ਇੰਸਟੀਟਿਊਸ਼ਨਸ ਤੁਸੀਂ ਢਹਿ ਢੇਰੀ ਕਰ ਦਿਓਗੇ ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹੋਗੇ, ਪਾਰਟੀ ਭਾਵੇਂ ਕੋਈ ਜਿੱਤ ਸਕਦੀ ਆ ਲੇਕਿਨ ਉਹਦੇ ਦੇਸ਼ ਨਹੀਂ ਜਿਹੜਾ ਅੱਗੇ ਵੱਧ ਸਕਦਾ। ਉਹ ਜਿਹੜਾ ਰਾਹੁਲ ਗਾਂਧੀ ਨੇ ਇਨੀਸ਼ੀਏਟਿਵ ਲਿਆ, ਚਾਹੇ ਮੇਰੀ ਬੈਕਗਰਾਊਂਡ ਸਪੋਰਟਸ ਦੀ ਆ, ਪਰ ਮੈਨੂੰ ਲੱਗਦਾ ਮੈਂ ਵੀ 4000 ਕਿਲੋਮੀਟਰ 125 ਦਿਨ ਦੇ ਵਿੱਚ ਨਹੀਂ ਚੱਲ ਸਕਦਾ, ਕਿਉਂਕਿ ਇਹ ਸਿਰਫ ਯਾਤਰਾ ਹੀ ਨਹੀਂ ਹੈ, ਇੱਕ ਸੁਨੇਹਾ ਆ ਸਮਾਜ ਨੂੰ, ਇੱਕ ਉਹਨਾਂ ਤਾਕਤਾਂ ਨੂੰ ਸੁਨੇਹਾ ਆ ਕਿ ਸਾਡਾ ਜਿਹੜਾ ਹਿੰਦੁਸਤਾਨ ਆ ਉਹ ਇੱਦਾਂ ਦਾ ਨਹੀਂ ਹੈਗਾ ਜਿਹਦੇ ਵਿੱਚ ਤੁਸੀਂ ਇਹ ਇੱਦਾਂ ਇਹਨਾਂ ਨੂੰ ਡਿਵਾਈਡ ਕਰਕੇ, ਇਹਨਾਂ ਇੰਸਟੀਟਿਊਸ਼ਨਸ ਨੂੰ ਢਹਿ ਢੇਰੀ ਕਰਕੇ ਤੇ ਤੁਸੀਂ ਜਿਹੜਾ ਆ ਦੇਸ਼ ਨੂੰ ਅੱਗੇ ਵਧਾ ਸਕਦੇ ਆ। ਸੋ ਮੈਂ ਤੁਹਾਡਾ ਸਾਰਿਆਂ ਦਾ, ਮਿੱਕੀ ਡੋਗਰਾ ਜੀ ਸਾਡੇ ਲਾਲੀ ਜੀ ਦੋਸਤ ਹੈ, ਆਦਮਪੁਰ ਤੋਂ ਸਾਡੇ MLA ਸਾਹਿਬ ਨੇ, ਔਰ ਸਾਡੇ ਕੋਆਰਡੀਨੇਟਰ ਨੇ ਸੁਖਦੇਵ ਜੀ, ਔਰ ਸਾਰੇ ਬਾਕੀ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਮਾਂ ਕੱਢਦੇ ਆ। ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜ਼ਿੰਦਗੀ ਦੇ ਵਿੱਚ ਇਨਸਾਨ ਦਾ ਸਭ ਤੋਂ ਕੀਮਤੀ ਸਮਾਂ ਹੀ ਹੁੰਦਾ। ਸਮੇਂ ਸਿਰ ਆਉਣ ਦੀ ਵੀ ਜ਼ਰੂਰਤ ਹੈਗੀ ਆ ਤੇ ਸਮਾਂ ਦੇਣ ਲਈ ਤੁਹਾਡਾ ਵੀ ਧੰਨਵਾਦ ਹੈ, ਇਹਨਾਂ ਦਾ ਵੀ ਧੰਨਵਾਦ ਹੈ। ਆਪਾਂ ਰਲ ਕੇ ਆਪਣਾ ਯੋਗਦਾਨ ਪਾਈਏ। ਮੈਂ ਸਾਰਿਆਂ ਨੂੰ ਇੱਕੋ ਹੀ ਅਪੀਲ ਕੀਤੀ ਆ, ਚਾਹੇ ਅੱਧਾ ਕਿਲੋਮੀਟਰ ਤੁਰਿਓ, ਚਾਹੇ 10 ਕਦਮ ਤੁਰਿਓ, ਚਾਹੇ 5 ਕਿਲੋਮੀਟਰ ਤੁਰਿਓ, ਚਾਹੇ 10 ਕਿਲੋਮੀਟਰ ਤੁਰਿਓ, ਪਰ ਤੁਰਿਓ ਦਿਲੋਂ। ਜੇ ਤੁਸੀਂ ਇਹ ਸਮਝੋ ਵੀ ਸ਼ਾਇਦ ਅਸੀਂ ਰੈਲੀ ਦੇ ਤੌਰ ਤੇ ਰਾਹੁਲ ਗਾਂਧੀ ਨੂੰ ਕੁਝ ਦਿਖਾਉਣ ਜਾਣਾ ਜਾਂ ਉੱਥੇ ਭੀੜ ਇਕੱਠੀ ਕਰਨੀ ਆ, ਮੈਂ ਤਾਂ ਬੜਾ ਕਲੀਅਰ ਕੱਟ ਕਹਿ ਦਿੰਦਾ ਹੁੰਦਾ ਵੀ ਭਾਈ ਫੇਰ ਭਾਵੇਂ ਨਾ ਆਇਓ, ਦਿਲੋਂ ਜੇ ਆਉਣਾ ਹੈਗਾ ਤੇ ਦਿਲੋਂ ਆਇਓ, ਕਿਉਂਕਿ ਸਮਾਜ ਸਾਡਾ ਹੀ ਆ ਨਾ, ਦੇਸ਼ ਸਾਡਾ ਹੀ ਆ, ਪੰਜਾਬ ਸਾਡਾ ਹੀ ਆ ਤੇ ਅਸੀਂ ਇਹਨੂੰ ਅੱਗੇ ਲੈ ਕੇ ਗਾਂਹ ਤੁਰਨਾ। ਨਹੀਂ ਤਾਂ ਅਦਰਵਾਈਜ਼ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕੋਸਣਗੀਆਂ ਵੀ ਤੁਸੀਂ ਜਦੋਂ ਡੈਮੋਕ੍ਰੇਸੀ ਦੀਆਂ ਇੰਸਟੀਟਿਊਸ਼ਨਸ ਕਿਤੇ ਢਹਿ ਢੇਰੀ ਹੋ ਰਹੀਆਂ ਸੀ ਤੇ ਤੁਸੀਂ ਉਹਦੇ ਵਿੱਚ ਯੋਗਦਾਨ ਨਹੀਂ ਪਾਇਆ। ਸੋ ਉਹਦੇ ਲਈ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਆਪਣਾ ਸਾਰਥਿਕ ਰੋਲ ਇਹਦੇ ਵਿੱਚ, ਤੁਸੀਂ ਸਾਰਥਿਕ ਰੋਲ ਹਮੇਸ਼ਾ ਪਲੇ ਕਰਦੇ ਆ ਔਰ ਤੁਸੀਂ ਹਮੇਸ਼ਾ, ਕਿਉਂਕਿ ਪੰਜਾਬੀਆਂ ਦੀ ਆਵਾਜ਼ ਨੂੰ, ਬਾਕੀ ਹੋਰ ਭਾਵੇਂ ਜੋ ਮਰਜ਼ੀ ਹੋਵੇ, ਪੰਜਾਬੀਆਂ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਤੇ ਆਪਾਂ ਉਹ ਜਿਹੜਾ ਰੋਲ ਆ ਉਹ ਆਪਣਾ ਪਲੇ ਕਰੀਏ ਤਾਂ ਕਿ ਅਸੀਂ ਡੈਮੋਕ੍ਰੇਸੀ ਨੂੰ ਵਧੀਆ ਤਰੀਕੇ ਨਾਲ ਅੱਗੇ ਤੋਰ ਸਕੀਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਭਾਰਤ ਜੋੜੋ ਯਾਤਰਾ ਦੀ ਗੱਲ ਕੀਤੀ ਜਾ ਰਹੀ ਹੈ, ਬਾਕੀ ਦੂਜੇ ਪਾਸੇ ਜੇਕਰ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਅੰਦਰੂਨੀ ਗੁੱਟਬੰਦੀ ਹੈ ਉਹ ਅਜੇ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ। ਜਿਹਦਾ ਖਮਿਆਜ਼ਾ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਭੁਗਤਣਾ ਪਿਆ। ਹੁਣ ਹੁਸ਼ਿਆਰਪੁਰ ਤੋਂ ਇਹ ਕਾਂਗਰਸੀ ਆਗੂ ਨੇ ਵਿਸ਼ਵਨਾਥ ਬੰਟੀ, ਉਹਨਾਂ ਵੱਲੋਂ ਭਾਰਤ ਜੋੜੋ ਯਾਤਰਾ ਦੇ ਸ਼ਹਿਰ ਭਰ ਦੇ ਵਿੱਚ ਬੋਰਡ ਲਗਾਏ ਗਏ ਨੇ, ਪਰੰਤੂ ਜ਼ਿਲ੍ਹਾ ਪ੍ਰਧਾਨ ਇੰਦਰਾ ਜੀ ਦੀ ਵਿੱਚੋਂ ਫੋਟੇ ਗਾਇਬ ਹੈ, ਕਿਉਂਕਿ ਇਹ ਵੀ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ ਵਿੱਚ ਸਨ ਤੇ ਉਹ ਵੀ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ ਵਿੱਚ ਸੀ। ਤੇ ਕਿਸ ਤਰ੍ਹਾਂ ਫਿਰ ਜਿਹੜੇ ਆਮ ਜਨਤਾ ਤੁਸੀਂ ਆਪਣੇ ਨਾਲ ਜੋੜ ਸਕਦੇ ਹੋ? ਕਾਂਗਰਸੀ ਅੰਦਰੂਨੀ ਤਾਂ ਗੁੱਟਬੰਦੀ ਅਜੇ ਵੀ ਬਰਕਰਾਰ ਹੈ ਜੀ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ, ਜਿਹੜੀ ਡਿਸਕਸ਼ਨ ਆ ਉਹ ਜਿੰਦਾ ਡੈਮੋਕ੍ਰੇਸੀ ਦੀ ਮਿਸਾਲ ਆ। ਜਦੋਂ ਆਪਸ ਵਿੱਚ ਡਿਸਕਸ਼ਨ ਨਹੀਂ ਨਾ ਹੁੰਦੀ, ਮੈਂ ਹਮੇਸ਼ਾ ਇੱਕ ਗੱਲ ਦਾ ਧਾਰਨੀ ਆ, ਮੈਂ ਖਿਡਾਰੀ ਹੋਣ ਕਰਕੇ ਅਸੀਂ ਕਈ ਵਾਰੀ ਟੀਮ ਦੇ ਵਿੱਚ ਕਮਰੇ 'ਚ ਬਹਿ ਕੇ ਇੱਕ ਦੂਸਰੇ ਨਾਲ ਗਾਲੋ ਗਾਲੀ ਵੀ ਹੋ ਲੈਂਦੇ ਸੀ ਵੀ ਇੱਥੋਂ ਦੀ ਬਾਲ ਲੰਘਿਆ ਤੇ ਲੰਘਿਆ ਕਿਉਂ। ਕਿਉਂਕਿ ਜਿੱਥੇ ਡੈਮੋਕ੍ਰੇਸੀ ਜਿੰਦਾ ਹੁੰਦੀ ਆ ਉੱਥੇ ਡਿਫਰੈਂਸ ਆਫ ਓਪੀਨੀਅਨ ਦਾ ਹੋਣਾ ਲਾਜ਼ਮੀ ਆ ਔਰ ਮੈਨੂੰ ਲੱਗਦਾ ਕਿ ਅਸੀਂ ਹੌਲੀ ਹੌਲੀ ਇਹਨੂੰ ਬਿਲਕੁਲ ਠੀਕ ਕਰ ਲਵਾਂਗੇ। ਕੋਈ ਨਹੀਂ, ਉਹ ਵੀ ਸਾਡੇ ਹੀ ਭਰਾ ਹੈਗੇ ਆ, ਜਿੱਥੇ ਕਿਤੇ ਗਲਤੀ ਵੀ ਹੁੰਦੀ ਆ ਔਰ ਡਿਫਰੈਂਸ ਆਫ ਓਪੀਨੀਅਨ ਹੋਣੀ ਚਾਹੀਦੀ ਆ ਸੁਸਾਇਟੀ ਦੇ ਵਿੱਚ। ਕਿਉਂਕਿ ਜਦੋਂ ਤੁਸੀਂ ਵੀ ਕਿਤੇ ਕਿਸੇ ਵੀ ਪਲੇਟਫਾਰਮ ਤੇ ਡਿਸਕਸ਼ਨ ਕਰਦੇ ਆ ਤੇ ਹਰ ਬੰਦਾ ਆਪਣੇ ਮਾਈਂਡ ਨਾਲ, ਆਪਣੇ ਤਜਰਬੇ ਨਾਲ, ਆਪਣੇ ਸੋਚ ਦੇ ਮੁਤਾਬਕ ਉੱਥੇ ਆਪਣੀ ਗੱਲ ਰੱਖਦਾ, ਪਰ ਐਂਡ ਆਫ ਦਾ ਡੇ ਅਸੀਂ ਉਹ ਗੱਲ ਕਰਨੀ ਹੁੰਦੀ ਆ ਜਿਹੜੀ ਸੁਸਾਇਟੀ ਦੇ ਭਲੇ ਦੀ ਹੋ। ਰਾਹੁਲ ਗਾਂਧੀ ਜੀ ਵੱਲੋਂ ਚਿੱਠੀ ਲਿਖੀ ਗਈ ਹੈ ਪੰਜਾਬ ਸਰਕਾਰ ਨੂੰ ਕਿ ਯਾਤਰਾ ਮੇਰੀ ਪਹੁੰਚ ਗਈ ਹੈ, ਇਹ ਭਾਰਤ ਜੋੜੋ ਯਾਤਰਾ। ਸੁਰੱਖਿਆ ਨੂੰ ਲੈ ਕੇ ਕਿਤਨਾ ਜਿੱਥੇ ਉਹਨਾਂ ਦੇ ਦਿਲ ਵਿੱਚ ਡਰ ਦਾ ਮਾਹੌਲ ਹੈ, ਸਹਿਮ ਦਾ ਮਾਹੌਲ ਹੈ, ਵੱਧ ਸੁਰੱਖਿਆ ਦੀ ਨਹੀਂ, ਦੇਖੋ, ਸਾਡੇ KC ਵੇਣੂਗੋਪਾਲ ਜੀ ਨੇ ਇਹ ਚਿੱਠੀ ਲਿਖੀ ਹੈਗੀ ਆ ਔਰ ਹੋਮ ਮਿਨਿਸਟਰ ਨੂੰ ਵੀ ਲਿਖੀ ਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਜਾਂ ਜੋ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਆ, ਸੋ ਮੈਨੂੰ ਲੱਗਦਾ ਕਿ ਇਹ ਡੈਮੋਕ੍ਰੇਸੀ ਦੀ ਬਿਊਟੀ ਆ ਕਿ ਮੈਨੂੰ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਕਿ ਕੋਈ ਬੰਦਾ ਗਲਤੀ ਨਹੀਂ ਕਰਦਾ, ਗਲਤੀ ਕਰਦਾ ਲੇਕਿਨ ਉਹਨੂੰ ਕਰੈਕਸ਼ਨ ਕਰਨ ਲਈ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਨੀ ਚਾਹੀਦੀ ਆ ਔਰ ਇਹ ਉਸ ਕਰੈਕਸ਼ਨ ਲਈ ਹੀ ਰਾਹੁਲ ਗਾਂਧੀ ਜਿਹੜੀ ਉਹ ਅੱਗੇ ਵਧ ਰਹੇ ਆ। ਸਰ, CISF ਜਿਹੜੀ ਸਿਕਿਉਰਿਟੀ ਦੇਖ ਰਹੀ ਆ, ਉਹਦੇ ਵੱਲੋਂ ਰੀਸੈਂਟ ਬਿਆਨ ਆਇਆ ਕਿ ਜਿਸ ਬੰਦੇ ਨੂੰ ਪ੍ਰੋਟੈਕਟ ਕਰ ਰਹੇ ਆ ਆਪਾਂ, ਉਹਨਾਂ ਵੱਲੋਂ ਹੀ ਜਿਹੜੀ ਗਾਈਡਲਾਈਨਸ ਦਾ ਜਿਹੜਾ ਉਲੰਘਣ ਕੀਤਾ ਜਾਂਦਾ ਹੈ ਤੇ ਫਿਰ ਉਸ ਵਕਤ ਅਸੀਂ ਸੁਰੱਖਿਆ ਜਿਹੜੀ ਉਹ ਕਿਸ ਤਰੀਕੇ ਨਾਲ ਕਰ ਸਕਦੇ ਤੇ ਰਾਹੁਲ ਗਾਂਧੀ ਇਸ ਦੇ ਵਿੱਚ ਕਿਸ ਤਰੀਕੇ ਨਾਲ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਉਹ ਬਿਲਕੁਲ ਜੋ ਉਹਨਾਂ ਦੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਹੀ ਕੰਮ ਕਰਦੇ ਆ, ਲੇਕਿਨ ਅਸੀਂ ਸਾਰੇ ਇਹ ਚਾਹਾਂਗੇ ਵੀ ਆਪਾਂ ਸਾਰੇ ਹੀ ਉਹਦਾ ਹਿੱਸਾ ਬਣੀਏ। ਤੁਸੀਂ ਵੀ, ਮੈਂ ਤੁਹਾਨੂੰ ਵੀ ਇਨਵਾਈਟ ਕਰੂੰਗਾ ਕਿ ਤੁਸੀਂ ਵੀ ਦੇਖੋ,
ਜ਼ਿੰਦਗੀ ਦੇ ਵਿੱਚ ਮੈਂ ਨਹੀਂ ਕਹਿੰਦਾ ਖਬਰਾਂ ਬਣਾਉਣ ਲਈ ਹੋਰ ਗੱਲਾਂ ਬਹੁਤ ਹੁੰਦੀਆਂ, ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਆ, ਜਦੋਂ ਇੰਸਟੀਟਿਊਸ਼ਨਸ ਦੀ ਗੱਲ ਆਉਂਦੀ ਆ, ਤੇ ਆਪਾਂ ਸਾਰੇ ਹੀ, ਕਿਉਂਕਿ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ, ਚਾਹੇ ਕੋਈ ਪੱਤਰਕਾਰ ਹੋਵੇ, ਆਪਣੇ ਬੱਚਿਆਂ ਨੇ ਵੀ ਕੱਲ੍ਹ ਨੂੰ ਇੱਥੇ ਰਹਿਣਾ, ਆਪਾਂ ਵੀ ਇਸ ਸੁਸਾਇਟੀ ਦੇ ਵਿੱਚ ਰਹਿਣਾ। ਆਪਾਂ ਹੋ ਸਕਦਾ ਕੱਲ੍ਹ ਨੂੰ ਕਿਸੇ ਅਹੁਦੇ ਤੇ ਨਾ ਹੋਈਏ, ਆਪਾਂ ਹੋ ਸਕਦਾ ਕਿਸੇ ਅਖਬਾਰ ਦੇ ਪੱਤਰਕਾਰ ਨਾ ਹੋਈਏ, ਕਿਸੇ ਚੈਨਲ ਦੇ ਪੱਤਰਕਾਰ ਨਾ ਹੋਈਏ, ਪਰ ਅਸੀਂ, ਸਾਡੇ ਬੱਚਿਆਂ ਨੇ, ਸਾਡੀ ਸੁਸਾਇਟੀ ਨੇ ਤਾਂ ਇੱਥੇ ਰਹਿਣਾ। ਸੋ ਆਪਾਂ ਸੁਸਾਇਟੀ ਨੂੰ ਪ੍ਰਕਿਉਰ ਕਰਨ ਲਈ, ਸੁਸਾਇਟੀ ਨੂੰ ਚੰਗੇ ਪਾਸੇ ਨੂੰ ਸੋਚ ਲਿਜਾਣ ਲਈ ਆਪਾਂ ਇਹਦਾ ਹਿੱਸਾ ਬਣੀਏ। ਸਰ, ਅੰਮ੍ਰਿਤਪਾਲ ਸਿੰਘ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਜਿਸ ਤਰ੍ਹਾਂ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਲਗਾਤਾਰ, ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨਾਂ 'ਚ ਆ ਕੇ ਉਹਨਾਂ ਵੱਲੋਂ ਜਿਹੜੇ ਸੂਫੀਆਂ ਕੋਰਸਾਂ ਦੀ ਉਹਨਾਂ ਦੇ ਦੇਖੋ, ਮੈਨੂੰ ਲੱਗਦਾ ਇਸ ਯਾਤਰਾ ਦੇ ਨਾਲ ਇਹਨੂੰ ਜੋੜ ਕੇ ਨਾ ਦੇਖਿਆ ਜਾਵੇ। ਦੇਖੋ, ਜੇ ਤਾਂ ਕੋਈ, ਦੇਖੋ ਉਹ ਤਾਂ, ਦੇਖੋ ਜੇ ਤਾਂ ਕੋਈ ਚੰਗੀ ਗੱਲ ਕਰਦੇ ਆ, ਮੈਨੂੰ ਲੱਗਦਾ ਜੇ ਕਿਤੇ ਨੌਜਵਾਨ ਪੀੜ੍ਹੀ ਨੂੰ ਉਹ ਅੰਮ੍ਰਿਤ ਛਕਾਉਣ ਦੀ ਗੱਲ ਕਰਦੇ ਆ, ਜੇ ਕਿਤੇ ਡਰੱਗਸ ਤੋਂ ਪਰਾਂ ਲਿਜਾਣ ਦੀ ਗੱਲ ਕਰਦੇ, ਮੈਨੂੰ ਲੱਗਦਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਸਰ, ਵਿੱਚ ਇਹ ਵੀ ਆਇਆ ਸੀ ਕਿ ਉਹ ਅੰਮ੍ਰਿਤਪਾਲ ਕਹਿ ਰਹੇ ਸੀ ਕਿ ਜਿਹੜਾ ਸੰਵਿਧਾਨ ਸਾਨੂੰ ਹਿੰਦੂ ਉਹ ਹੈ, ਉਹ ਸਿੱਖ ਹੈ ਜਿਹਨੇ ਸਿਰਫ ਕੇਸ ਰੱਖੇ ਹੋਏ ਆ, ਪਰ ਹੈ ਹਿੰਦੂ ਹੀ, ਤਾਂ ਉਹ ਸਾਨੂੰ ਰਿਕੋਗਨਾਈਜ਼ ਨਹੀਂ ਕਰਦਾ, ਤਾਂ ਅਸੀਂ ਉਸ ਸੰਵਿਧਾਨ ਨੂੰ ਕਿਸ ਤਰੀਕੇ ਨਾਲ ਰਿਕੋਗਨਾਈਜ਼ ਕਰੀਏ? ਦੇਖੋ, ਇਹ ਸਾਰੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ। ਮੈਨੂੰ ਲੱਗਦਾ ਜਿਹੜੀ ਸਮਾਜ ਲਈ, ਜਿਹੜੀ ਹਿੰਦੁਸਤਾਨ ਲਈ, ਜਿਹੜੀ ਪੰਜਾਬ ਲਈ, ਜਿਹੜੀ ਸਿੱਖੀ ਲਈ, ਜਿਹੜੀ ਕਿਸੇ ਵੀ ਧਰਮ ਲਈ ਚੰਗੀ ਚੀਜ਼ ਆ, ਮੈਨੂੰ ਲੱਗਦਾ ਉਹਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ। ਹਾਂ, ਜਿਹੜੀ ਮਾਡਲ ਟਾਊਨ ਜਲੰਧਰ ਦੇ ਵਿੱਚ ਕੁਰਸੀਆਂ ਸਾੜਨ ਦੀ ਗੱਲ ਹੈਗੀ ਆ, ਕਿਉਂਕਿ ਉਹ ਕੁਰਸੀਆਂ, ਉਹ ਲਗਭਗ, ਮੈਂ ਵੀ ਉੱਥੇ ਮਾਡਲ ਟਾਊਨ ਮੇਰੀ ਕੌਂਸਟੀਚੁਐਂਸੀ ਦੇ ਵਿੱਚ ਹੀ ਪੈਂਦਾ, 3 ਫੁੱਟ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ਿਤ ਨੇ ਉਹਦੇ ਤੋਂ ਥੱਲੇ ਹੈਗੀਆਂ। ਕਈ ਬਜ਼ੁਰਗ ਜਿਹੜੇ ਆ, ਉਹ ਮੰਨ ਲਓ ਉਹਨਾਂ ਦੇ ਗੋਡੇ ਕਿਸੇ ਦੇ ਦੁਖਦੇ ਆ, ਕਈ ਵਾਰੀ ਉਹ ਬਹਿ ਨਹੀਂ ਸਕਦੇ ਥੱਲੇ, ਕਈ ਵਾਰੀ ਪ੍ਰੈਗਨੈਂਟ ਲੇਡੀਜ਼ ਗੁਰਦੁਆਰਾ ਸਾਹਿਬ ਆਉਂਦੀਆਂ। ਸੋ ਮੈਨੂੰ ਲੱਗਦਾ ਉਹ ਗੱਲ ਠੀਕ ਨਹੀਂ ਹੈਗੀ। ਬਾਕੀ ਜਿਹੜਾ ਸਮਾਜ ਦੇ ਵਿੱਚ ਕੋਈ ਚੰਗੇ ਭਲੇ ਦੀ ਗੱਲ ਕਰਦਾ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਹਦੇ 'ਚ ਕੋਈ ਕਿੰਤੂ ਪਰੰਤੂ ਕਰਨਾ ਚਾਹੀਦਾ, ਕਿਉਂਕਿ ਇੰਨੀਆਂ NGOs ਕੰਮ ਕਰਦੀਆਂ। ਜੇ ਅੰਮ੍ਰਿਤਪਾਲ ਜੀ ਵੀ ਚੰਗਾ ਕੰਮ ਕਰਦੇ ਆ ਤਾਂ ਮੈਨੂੰ ਕੋਈ ਇਹਦੇ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਲੱਗਦੀ। ਹਾਂ, ਉਹ ਜਦੋਂ ਦੇਸ਼ ਦੀ ਗੱਲ ਆਉਂਦੀ ਆ, ਜਦੋਂ ਸਮਾਜ ਦੀ ਗੱਲ ਆਉਂਦੀ ਆ, ਜਦੋਂ ਚੰਗੀ ਚੀਜ਼ ਕਰਦੇ ਆ, ਮੈਨੂੰ ਲੱਗਦਾ ਸਾਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਕੋਈ ਬੰਦਾ ਚੰਗਾ ਕੰਮ ਕਰੇ, ਇਨਕਰੇਜ ਹੋਵੇ। ਸਰ, ਕਹਿ ਰਹੇ ਵੀ ਭਾਰਤ ਜੋੜੋ ਯਾਤਰਾ ਦੇਸ਼ ਨੂੰ ਜੋੜ ਰਹੀ ਹੈ, ਤੇ ਇਹਨਾਂ ਨੇ ਸਵਾਲ ਕੀਤਾ ਹੈ ਵੀ ਤੁਹਾਡੀ ਪਾਰਟੀ ਵਿੱਚ ਕੁਝ ਅੰਦਰੂਨੀ ਕਲਾਕਾਰੀ ਵੀ ਮਿਲਾ, ਤੇ ਸਰ ਵਿਸ਼ਵਨਾਥ ਬੰਟੀ ਜੀ ਨੇ ਇਸ ਪ੍ਰੈਸ ਕਾਨਫਰੰਸ ਬੁਲਾਇਆ ਹੈ? ਮੈਂ ਕੱਲ੍ਹ, ਮੇਰੇ ਨਾਲ ਸੀਗੇ, ਉਹ ਕਿਸੇ ਕੰਮ ਕਰਕੇ ਬਿਜ਼ੀ ਹੋ ਗਏ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ, ਡਿਫਰੈਂਸ ਆਫ ਓਪੀਨੀਅਨ ਦਾ ਹੋਣਾ, ਮੈਂ ਫਿਰ ਕਹਿਣਾ, ਡਿਫਰੈਂਸ ਆਫ ਓਪੀਨੀਅਨ ਦਾ ਹੋਣਾ ਜਿੰਦਾ ਡੈਮੋਕ੍ਰੇਸੀ ਦੀ ਮਿਸਾਲ ਆ। ਐਕਚੁਅਲੀ ਹੋਇਆ ਕੀ ਆ, ਮੈਂ ਇਹਦੇ 'ਚ ਕੋਈ ਡਿਨਾਈ ਨਹੀਂ ਕਰਦਾ, ਪਾਰਟੀਆਂ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਘਟੀ ਆ, ਅਸੀਂ ਪੇਸ਼ੈਂਸ ਘੱਟ ਹੋਏ ਆ। ਆਮ ਜਿਹੜੀ ਸੁਸਾਇਟੀ ਆ, ਜਿਹੜੀ ਇਹ ਡਿਸਕਸ਼ਨ ਆ, ਡਿਸਕਸ਼ਨ ਤੋਂ ਬਾਅਦ ਜਿਹੜੇ ਡਿਸੀਜਨ ਹੋਣੇ ਆ ਉਹ ਹੋਣੇ ਚਾਹੀਦੇ ਆ। ਮੇਰੀ ਕੱਲ੍ਹ ਵੀ ਗੱਲ ਹੋਈ ਸੀਗੀ, ਅਸੀਂ ਇਕੱਠਿਆਂ ਹੀ ਚਾਹ ਵੀ ਪੀਤੀ ਆ, ਔਰ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ, ਲੇਕਿਨ ਬਾਈ ਚਾਂਸ ਉਹ ਕਿਸੇ ਕੰਮ ਕਰਕੇ ਬਿਜ਼ੀ ਹੋ ਗਏ। ਅਦਰਵਾਈਜ਼ ਕੋਈ ਇਹੋ ਜਿਹੀ ਗੱਲ ਨਹੀਂ ਹੈ। ਸਾਡਾ ਦੋਸਤ ਹੈ, ਸਾਡਾ ਛੋਟਾ ਭਾਈ ਹੈ, ਕਿਤੇ ਉਹਦੀ ਵੀ ਡਿਫਰੈਂਸ ਆਫ ਓਪੀਨੀਅਨ ਹੈ ਤਾਂ ਜ਼ਰੂਰ ਡੈਫੀਨੇਟਲੀ ਸੋਲਵ ਕਰਾਂਗੇ।